हाँ जी, सब तो पहला साਰਿਆਂ ਨੂੰ ਪਿਆਰਾ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਜਿਹੜੀ ਆਪਣੀ ਮੀਟ ਆ ਉਹਦੇ ਲਈ ਹਾਂ ਜਿੰਨੇ ਵੀ ਆਏ ਨੇ ਸਾਰਿਆਂ ਦਾ ਜੀ ਆਇਆਂ, ਵੈਲਕਮ ਆ ਜੀ। ਤੇ ਲਗਭਗ ਕੋਈ ਰਹਿੰਦਾ ਤਾਂ ਨਹੀਂ ਹੈ ਜੀ? ਮੋਨਿਕਾ ਮੈਮ ਨਹੀਂ ਜੀ ਆਏ ਹੈਗੇ ਨਾ? ਮੋਨਿਕਾ ਮੈਮ ਰਹਿੰਦੇ ਆ ਜੀ, ਚਲੋ ਕੋਈ ਨਹੀਂ, ਆ ਜਾਂਦੇ ਉਹਨੂੰ ਮੈਸੇਜ ਕਰ ਦਿਓ। ਮੋਨਿਕਾ ਮੈਮ ਮੈਸੇਜ ਕਰੋ ਸਾਰਾ ਵੀਰ ਮਾੜਾ ਜਿਹਾ। ਮੈਂ ਕਰ ਦਿੰਦਾ ਜੀ। ਹਾਂਜੀ ਹਾਂਜੀ, ਅੱਜ ਦੀ ਜਿਹੜੀ ਮੀਟ ਦੀ ਸ਼ੁਰੂਆਤ ਆਪਾਂ ਪਹਿਲਾਂ 1 ਮਿੰਟ ਆਪਣੀ ਇੱਦਾਂ ਲੰਘ ਗਈ, ਸ਼ੁਰੂ ਕਰਦੇ ਹਾਂ ਦੁਬਾਰਾ ਕਿਉਂਕਿ ਜਲਦੀ ਟਾਈਮ 1 ਮਿੰਟ ਆਪਣੇ ਕੋਲ 1 ਮਿੰਟ ਸ਼ਾਇਦ ਫਿਰ ਹੋਊਗੀ ਦੁਬਾਰਾ ਸ਼ਾਇਦ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਤੋਂ ਜੀ। ਨਹੀਂ ਅੱਜ ਤਾਂ ਪੂਰੀ ਹੈ। ਹਾਂਜੀ, ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਅੱਜ ਆਪਾਂ ਅਮਨਜੋਤ ਮੈਡਮ ਤੋਂ। ਅੱਜ ਉਹਨਾਂ ਦੀ ਕਵਿਤਾ ਬਹੁਤ ਸੋਹਣੀ ਸੀ ਜਿਹੜੀ ਉਹਨਾਂ ਨੇ ਅੱਜ ਪਾਈ ਸੀ। ਕਾਫੀ ਅੱਜ ਫਾਦਰ ਡੇ ਆ, ਸਾਰਿਆਂ ਨੂੰ ਪਹਿਲਾਂ ਤਾਂ ਫਾਦਰ ਡੇ ਦੀ ਭਾਈ ਮੁਬਾਰਕਬਾਦ ਬਹੁਤ ਬਹੁਤ। ਤੇ ਕੋਸ਼ਿਸ਼ ਕਰਿਓ ਵੀ ਜੇ ਇੱਕ ਕਵਿਤਾ ਹੋ ਸਕੇ, ਛੋਟਾ ਛੋਟਾ ਕੋਈ ਸ਼ੇਅਰ ਆ ਕੋਈ ਉਹ ਫਾਦਰ ਡੇ ਉੱਤੇ ਬੋਲੇ ਜਾਵੇ। ਕੋਈ ਐਸੀ ਬੌਂਡਿੰਗ ਨਹੀਂ ਹੈਗੀ, ਬਟ ਜੇ ਕੋਸ਼ਿਸ਼ ਹੋ ਸਕੇ ਤਾਂ ਤੁਸੀਂ ਜ਼ਰੂਰ ਟਰਾਈ ਕਰਿਓ ਜਿਹਨੇ ਜਿਹਨੇ ਕੋਈ ਲਿਖਿਆ ਹੋਊਗਾ। ਤਾਂ ਮੈਮ ਅਮਨਜੋਤ ਕੌਰ ਨੂੰ ਕਹਿੰਦੇ ਆ ਵੀ ਉਹ ਆਪਣੀ ਸ਼ੁਰੂਆਤ ਕਰਨ। ਮੈਮ ਅਮਨਜੋਤ ਕੌਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਫਾਦਰਸ ਡੇ ਵਾਲੀ ਸੁਣਨੀ ਹੈ ਜੀ? ਨਹੀਂ ਕੋਈ ਮੈਮ, ਜਿਹੜਾ ਵੀ ਤੁਹਾਡਾ ਦਿਲ ਕਰਦਾ ਜੀ। ਹਾਂ, ਜੋ ਵੀ ਤੁਹਾਡਾ ਦਿਲ ਕਰਦਾ। ਫਾਦਰ ਡੇ ਦਾ ਐ ਵੀ ਚਲੋ ਅੱਜ ਹੈਗਾ, ਚਲੋ ਆਪਾਂ ਵਿੱਚ ਸੈਲੀਬ੍ਰੇਟ ਕਰ ਲਾਂਗੇ। ਅਗਰ ਕੋਈ ਇਸਨੇ ਬੋਲਣੀ ਤਾਂ ਬੋਲ ਦੇ। ਨਹੀਂ, ਉਹ ਮੈਂ ਪਹਿਲਾਂ ਸੁਣਾਈ ਸੀ ਨਾ, ਮੈਂ ਕਿਹਾ ਉਹ ਜੇ ਉਹ ਸੁਣਨੀ ਹੈ ਮੈਂ ਉਹ ਸੁਣਾ ਦਿੰਦੀ ਹਾਂ। ਹਾਂ ਸੁਣਾ ਦਿਓ, ਸੁਣਾ ਦਿਓ। ਕੋਈ ਨਹੀਂ ਮੈਮ, ਜਿਹੜਾ ਤੁਹਾਡਾ ਦਿਲ ਕਰਦਾ, ਜਿਹੜੀ ਤੁਸੀਂ ਤਿਆਰ ਕੀਤੀ ਤੁਸੀਂ ਉਹ ਸੁਣਾਓ, ਕੋਈ ਦਿੱਕਤ ਨਹੀਂ, ਕੋਈ ਬੰਦਿਸ਼ ਨਹੀਂ। ਬਿਲਕੁਲ 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 ਬਿਲकुल। तो मैं एक सुनाई है, शाद बदल गई जी। सब कहंदे तू बदल गई, हुण तू पहला वर्गी नहीं। पर किसी ने ये नहीं सोचा कि मैं क्यों बदल गई। हाँ, मैं बदल गई, ये सच है। हुण थोड़ा जिहा मैं अपने बारे भी सोचती हूँ, अपने शौक बारे, अपनी खुशी बारे, अपने वजूद बारे, अपनी हस्ती बारे, अपने अरमाना बारे। मैं महसूस करती हाँ अपने आप नूं, अपनी खुशबू नूं, अपने सुपनियां नूं, अपनी रूह नूं। ये गलत तो नहीं, आखिर मैं भी तो एक इंसान ही हाँ। मेरे भी कुछ हक ने, जां मैं सिर्फ अपने फर्जां दी देनदार हाँ। फर्जां दे नाल मैं अपनी खुशी लई भी जिम्मेवार हाँ। अपनी रूह नूं खिड़ाउण लई मैं आप दावेदार हाँ। बेड़ियां विच जकड़न लई ना मैं हुण तैयार हाँ। जी लैन दिओ मैनू भी मेरी जिंदगी, नवी उड़ान लई हुण मैं तैयार हाँ। नवी उड़ान लई हुण मैं तैयार हाँ। थैंक यू। क्या बात, बहुत खूबसूरत, बहुत खूबसूरत अंदाज से, बहुत खूबसूरत मैम तुसी कविता बोली है। एक किसी बंदे ਦੀ ਮੰਜ਼ਿਲਾਂ ਦੇ ਪਛਾਣ ਲਈ ਇੱਕ ਪੋਜ਼ਿਟਿਵ ਕਵਿਤਾ ਬਹੁਤ ਸੋਹਣੀ, ਜਿਹਨੂੰ ਆਪਾਂ ਕਹਿੰਦੇ ਨੇ ਮੀਨਿੰਗਫੁਲ ਕਵਿਤਾ। ਠੀਕ ਹੈ, ਹਾਂ ਹੋ ਸਕਦਾ ਹੈ ਵੀ ਕਿਸੇ ਨੂੰ ਲੱਗਦਾ ਵੀ ਤੁਸੀਂ ਬਦਲ ਗਏ ਹੋ, ਪਰ ਉਹਨਾਂ ਦੀ ਆਪਣੀ ਕੁਛ ਆਪਣੀ ਥਿਊਰੀ ਆਪਣੀ ਜਾਂ ਫਿਰ ਆਪਣੀ ਸੋਚ ਹੋ ਸਕਦੀ ਹੈ ਜਿਹੜੀ ਤੁਹਾਨੂੰ ਚੰਗੀ ਨਹੀਂ ਲੱਗ ਸਕਦੀ ਜਾਂ ਤੁਹਾਨੂੰ ਉਹਦੇ ਵਿੱਚ ਬਦਲਾਅ ਲੱਗਦਾ। ਹਾਂਜੀ, ਵਿਕਾਸਪੁਰੀ ਸਰ ਕਿਹੋ ਮੈਡਮ ਬਾਰੇ 2 ਸ਼ਬਦ ਜੀ। बहुत सोहना लिखा जी, बहुत सोहना। नवी उड़ान बहुत सोहना। अमनजोत मैम बहुत सोहना लिखा जी, खूबसूरत। ਤੁਹਾਡੀ ਵੀਡੀਓ ਆਫ ਹੈ ਸਰ, ਤੁਹਾਡੀ ਵੀਡੀਓ ਆਫ ਹੈ ਸਰ। हाँ जी हाँ जी, वीडियो ऑफ ही का जी मैं। लो जी। हाँ जी हाँ जी, बहुत खूबसूरत मैडम ने शुरुआत की थी। हाँ जी हाँ जी, मैं बदल गई। ਤੁਹਾਡਾ ਇਹ ਬਦਲਾਵ ਬਹੁਤ ਵਧੀਆ। ਇਹੋ ਜਿਹਾ ਬਦਲਾਵ ਮੇਰੇ ਖਿਆਲ ਨਾਲ ਸਪੈਸ਼ਲੀ ਇਹ ਇੱਕ ਲੇਡੀਜ਼ ਦੇ ਲਈ ਮੈਨੂੰ ਲੱਗ ਰਿਹਾ ਜਿੱਥੇ ਤੱਕ ਇਹ ਲਿਖੀ ਗਈ ਆ। ਤੇ ਹਾਂ ਹੋਣਾ ਵੀ ਚਾਹੀਦਾ ਬਦਲਾਵ ਇੱਕ ਟਾਈਮ ਤੇ ਬਾਅਦ ਨਾ। ਕਹਿਣ ਦਾ ਮਤਲਬ ਅਸੀਂ ਇੱਥੇ ਸਿਰਫ ਸਾਹ ਲੈਣ, ਰੋਟੀ ਖਾਣ, ਘੁੰਮਣ ਫਿਰਨ ਨਹੀਂ ਆਏ, ਇੱਥੇ ਹੋਰ ਵੀ ਸਾਡੀਆਂ ਬਹੁਤ। ਸਰਬਵੀਰ ਨੂੰ ਮਾਣ ਦੀ ਪਹਿਲਾਂ ਹੈਗੀ ਤੋਂ ਮੈਮ। ਓਕੇ ਓਕੇ ਠੀਕ ਹੈ ਸਰਬਵੀਰ, ਚਲੋ ਤੁਸੀਂ ਆ ਜਾਓ ਸਰਬਵੀਰ। ਚਲੋ ਕੋਈ ਗੱਲ ਨਹੀਂ ਜੀ। ਹਾਂਜੀ, ਕਵਿਤਾ ਥੋੜੇ ਦਿਨ ਪਹਿਲਾਂ ਲਿਖੀ ਆ, ਪਤਾ ਨਹੀਂ ਕਿੱਦਾਂ ਦੀ ਆ। ਮੈਂ ਕਾਫੀ ਦਿਨਾਂ ਬਾਅਦ ਕੁਛ ਲਿਖਿਆ। ਚਲੋ ਤੁਸੀਂ ਦੱਸ ਹੀ ਦੇਣਾ ਕਿਹੋ ਜਿਹੀ ਆ। ਸਰਲੇਖ ਹੈਗਾ ਨਥਿੰਗ ਇਜ਼ ਪਰਮਾਨੈਂਟ। ਆਵਾਜ਼ ਕੰਬਣ ਲੱਗੀ ਭਾਈ। सरब जी आवाज नहीं आ रही है। ਹਾਂਜੀ, ਆਵਾਜ਼ ਤੁਹਾਡੀ ਨਾ ਕੰਬਣ ਲੱਗੀ। ਹਾਂਜੀ ਹੁਣ ਠੀਕ ਹੈ ਜੀ? ਹਾਂ ਹੁਣ ਠੀਕ ਹੈ ਜੀ। ਓਕੇ। ਨਥਿੰਗ ਇਜ਼ ਪਰਮਾਨੈਂਟ। ਤੇਰਾ ਮੇਰੇ ਦਿਲ ਦੇ ਵਿਹੜੇ ਦਸਤਕ ਦੇਣਾ, ਚੜ੍ਹਦੇ ਸੂਰਜ ਦੀ ਲਾਲੀ ਜਿਹਾ
ਤੇਰੀਆਂ ਗੱਲਾਂ ਕਿਰਨਾਂ ਜਿਹੀਆਂ ਜੋ ਮੇਰੇ ਧਿਆਨ ਨੂੰ ਕੇਂਦਰਿਤ ਕਰ ਵੱਖਰੇ ਹੀ ਜਲੌ ਨਾਲ ਭਰ ਦਿੰਦੀਆਂ ਸਨ। ਮੈਂ ਅਕਸਰ ਸੋਚਦਾ ਸੀ ਕੁਦਰਤ ਨੇ ਤੈਨੂੰ ਮੇਰੇ ਲਈ ਭੇਜਿਆ ਹੋਵੇਗਾ। ਤੇਰਾ ਬੋਲਣਾ, ਲੜਨਾ, ਰੁੱਸਣਾ, ਮਨਾਉਣਾ ਤੇ ਪਿਆਰ ਕਰਨ ਦਾ ਢੰਗ ਸਭ ਕੁਝ ਹੀ ਤਾਂ ਵਿਲੱਖਣਤਾ ਦੀ ਜਿਉਂਦੀ ਜਾਗਦੀ ਤਸਵੀਰ ਸੀ। ਤੇਰੇ ਵਿੱਚ ਧਰਤੀ ਦੀ ਗੁਰੂਤਾਕਰਸ਼ਣ ਨਾਲੋਂ ਵੱਧ ਖਿੱਚ ਸੀ। ਸਹਿਜ ਤੇ ਸਾਦਗੀ ਨਾਲ ਲਪਾਲਪ ਭਰੀ ਹੋਈ। ਜਿਹੜਾ ਤੈਨੂੰ ਤੱਕਦਾ ਤੇਰਾ ਮੁਰੀਦ ਹੋ ਜਾਂਦਾ। ਤੈਨੂੰ ਵੇਖ ਜਿਉਣ ਨੂੰ ਦਿਲ ਕਰਦਾ। ਤੇਰੇ ਹੱਸਣ ਤੇ ਰੋਣ ਦਾ ਕੁਦਰਤ ਤੇ ਅਸਰ ਪੈਂਦਾ ਜਾਪਦਾ ਸੀ। ਪਰ ਮੈਂ ਭੁੱਲ ਗਿਆ ਸੀ ਬਾਣੀ ਦਾ ਉਪਦੇਸ਼, nothing is permanent, ਕੁਝ ਵੀ ਸਦੀਵੀ ਨਹੀਂ, ਸਭ ਥੋੜ ਚਿਰਾ ਹੈ। ਨਹੀਂ ਪਤਾ ਸੀ ਜਿਸ ਦੇ ਜਾਣ ਨਾਲ ਜਾਣ ਜਾਂਦੀ ਹੈ ਉਸਨੂੰ ਵੀ ਜਾਂਦਿਆਂ ਦੇਖਣਾ ਪਵੇਗਾ। ਤੂੰ ਜਾਣ ਲਈ ਖੜੀ ਸੀ ਜੋ ਬੈਠਦਾ ਹੀ ਜਾ ਰਿਹਾ ਸੀ। ਤੇਰਾ ਜਾਣਾ ਇਹ ਚਾਲਾਂ ਧਾਲਾਂ ਤੇਰਾ ਜਾਣਾ ਮੇਰੀਆਂ ਚਾਲਾਂ ਤਾਲਾਂ ਤੇ ਧਮਾਲਾਂ ਸਭ ਰੋੜ ਕੇ ਲੈ ਤੇ ਮੈਂ ਕਬਰਾਂ ਦੇ ਕੁਝ ਖਾਲੀ ਤੇ ਤੋੜਦੇ ਹੋਏ ਦੁਨੀਆ ਦੀ ਭੀੜ ਭਰੇ ਸਫ਼ਰਾਂ ਤੋਂ ਮੈਨੂੰ ਮੇਰੀ ਜ਼ਿੰਦਗੀ ਦੀ ਸ਼ਾਮ ਦੇ ਅਕਲ ਤੱਕ ਲੈ ਆਇਆ। ਹੁਣ ਮੈਂ ਅਕਸਰ ਸੋਚਦਾ ਹਾਂ ਜਦੋਂ ਤਰਾਸ਼ਿਆ ਨਹੀਂ ਸੀ ਤੈਨੂੰ, ਤੂੰ ਪੱਕੀ ਮੂਰਤ ਸੀ। ਤਰਾਸ਼ਿਆ ਕੀ ਤੈਨੂੰ ਕਮਲਿਆ, ਤੂੰ ਤਾਂ ਖੁਦਾ ਹੀ ਹੋ ਗਿਆ। क्या बात क्या बात है, क्या बात है। बहुत लाजवाब, बहुत सोहना, बहुत खूबसूरत, बहुत ही खूबसूरत बयान। ਤੇ ਇਹ ਹਮੇਸ਼ਾ ਹੀ ਹੁੰਦਾ ਵੀ ਸਰਬ ਜਦੋਂ ਬੋਲਦਾ ਤਾਂ ਸ਼ਾਇਦ ਸਾਰੇ ਪਾਸੇ ਸ਼ਾਂਤੀ ਹੋ ਜਾਂਦੀ ਹੈ ਤੇ ਸਭ ਕੁਝ ਠੰਡਾ ਪੈ ਜਾਂਦਾ, ਕਿਉਂਕਿ ਸਰਬਜੀਤ ਦਾ ਅੰਦਾਜ਼ ਤੇ ਉਹਦੀ ਖੂਬਸੂਰਤੀ, ਉਹਦੀ ਕਵਿਤਾ ਦੀ ਖੂਬਸੂਰਤੀ ਨੂੰ ਬਹੁਤ ਜ਼ਿਆਦਾ ਵਧਾ ਦਿੰਦਾ ਉਹਦਾ ਅੰਦਾਜ਼। ਤੇ ਹੁਣ ਮੈਂ ਗੁਜ਼ਾਰਿਸ਼ ਕਰਾਂਗਾ ਮੈਨੂੰ ਗੀਤੂ ਮੈਮ ਨੂੰ ਕਿ ਸਰਬਜੀਤ ਬਾਰੇ ਦੋ ਸ਼ਬਦ ਜ਼ਰੂਰ ਬੋਲਣਾ। हाँ जी, गीतू सर मैम। जी तो वैसे ही बहुत अच्छा उनके लिए तो कुछ कह ही नहीं सकते हम लोग, इतना अच्छा वो तो गाइड भी सबको अच्छा करते हैं और जो भी वो कविता लिखते हैं सुनाते हैं सब बहुत अच्छा, बहुत ही अच्छा होता है। ਥੈਂਕ ਯੂ ਮੈਮ, ਥੈਂਕ ਯੂ। ਤੇ ਇਸ ਤੋਂ ਬਾਅਦ ਮੈਮ ਅਮਨਜੋਤ ਨੂੰ ਵੀ ਕਹੂੰਗਾ ਦੋ ਸ਼ਬਦ ਜ਼ਰੂਰ ਸਰਬਜੀਤ ਬਾਰੇ ਦੱਸਣਾ। ਮੈਡਮ ਅਮਨਜੋਤ। ਸ਼ਬਦਾਂ ਨੂੰ ਲੱਭਣਾ ਪੈਂਦਾ ਹੈ ਇਹਨਾਂ ਦੀ ਕਵਿਤਾ ਲਈ ਟਿੱਪਣੀ ਕਰਨ ਲਈ। ਬਿਲਕੁਲ ਸ਼ਬਦ बहुत ਵੀ सोहना ਖਤਮ- सर भी। ਬਹੁਤ ਵਧੀਆ। ਸ਼ੁਕਰੀਆ ਜੀ। ਤੇ ਹਾਂਜੀ एक्चुअली हम लोग ਇਸ ਤੋਂ ਬਾਅਦ ਮੈਂ स्पीचलेस हो जाते ਇੱਧਰ ਆਇਓ ਜੀ। ਹਾਂਜੀ हैं। ਚਲੋ ਬਿਨਾਂ ਆਪਾਂ ਟਾਈਮ ਪਹਿਲਾਂ ਹੀ ਮੇਰੇ ਖਿਆਲ ਚ ਕਾਫੀ ਜ਼ਿਆਦਾ ਹੋ ਗਿਆ, ਆਪਾਂ ਵੀ ਇਸ ਤੇ ਗੱਲ ਕਰਦਾ ਹਾਂ। ਕਿਸੇ ਦਿਨ ਮਿਲਾਂਗੇ ਤਾਂ ਗੱਲਾਂ ਕਰਾਂਗੇ, ਕਿਵੇਂ ਸਭ ਇਹ ਹੋਇਆ ਇਸ ਤੇ ਚਰਚਾ ਕਰਾਂਗੇ। ਕਿਸੇ ਦਿਨ ਮਿਲਾਂਗੇ ਤਾਂ ਗੱਲਾਂ ਕਰਾਂਗੇ, ਕਿਵੇਂ ਸਭ ਇਹ ਹੋਇਆ ਇਸ ਤੇ ਚਰਚਾ ਕਰਾਂਗੇ। ਕਿਵੇਂ ਸਭ ਦੇ ਦਿਲ ਤੇ ਆਰੀ ਸੀ ਵੱਜੀ, ਕਿਵੇਂ ਹਾਸੀ ਬੁੱਲੀਆਂ ਤੋਂ ਸਭ ਦੇ ਸੀ ਭੱਜੀ। ਖੁਸ਼ੀਆਂ ਦੇ ਮਰਨੇ ਦਾ ਮਾਤਮ ਕਰਾਂਗੇ, ਕਿਵੇਂ ਸਭ ਇਹ ਹੋਇਆ ਇਸ ਤੇ ਚਰਚਾ ਕਰਾਂਗੇ। ਕਿਉਂ ਰਾਤ ਗਮਾਂ ਦੀ ਇਹ ਲੰਮੀ ਹੈ ਹੋਈ, ਕਿਰਨ ਰੋਸ਼ਨੀ ਦੀ ਕਿਉਂ ਦਿਸਦੀ ਨਾ ਕੋਈ। ਸਭ ਮਿਲ ਕੇ ਸੂਰਜ ਨਾਲ ਸ਼ਿਕਵਾ ਕਰਾਂਗੇ, ਕਿਵੇਂ ਸਭ ਇਹ ਹੋਇਆ ਇਸ ਤੇ ਚਰਚਾ ਕਰਾਂਗੇ। ਉਮੀਦਾਂ ਦਾ ਸੂਰਜ ਚੜਾਵਾਂਗਾ ਇੱਕ ਦਿਨ, ਵਿਛੜੇ ਜੋ ਰਾਹ ਉਹ ਮਿਲਾਵਾਂਗਾ ਇੱਕ ਦਿਨ। ਮਿਲ ਉਹਨਾਂ ਰਾਹਾਂ ਤੇ ਦੁਬਾਰਾ ਚੱਲਾਂਗੇ, ਕਿਵੇਂ ਸਭ ਇਹ ਹੋਇਆ ਇਸ ਤੇ ਚਰਚਾ ਕਰਾਂਗੇ। ਕਿਵੇਂ ਸੁਪਨੇ ਨੈਣਾ ਤੋਂ ਚੂਰ ਚੂਰ ਹੋਏ, ਕਿਵੇਂ ਪਿੱਛੇ ਹਟਣੇ ਨੂੰ ਸਭ ਮਜਬੂਰ ਹੋਏ। ਹਰ ਦੂਰੀ ਮਿਟਾਉਣ ਦੀ ਕੋਸ਼ਿਸ਼ ਕਰਾਂਗੇ, ਕਿਵੇਂ ਸਭ ਇਹ ਹੋਇਆ ਇਸ ਤੇ ਚਰਚਾ ਕਰਾਂਗੇ। ਕਿਸੇ ਦਿਨ ਮਿਲਾਂਗੇ ਤਾਂ ਗੱਲਾਂ ਕਰਾਂਗੇ, ਕਿਵੇਂ ਸਭ ਇਹ ਹੋਇਆ ਇਸ ਤੇ ਚਰਚਾ ਕਰਾਂਗੇ। ਸ਼ੁਕਰੀਆ ਜੀ। ਬਹੁਤ ਸੋਹਣਾ ਜੀ, ਬਹੁਤ ਹੀ ਵਿਕਾਸ ਸਰ ਕੋਈ ਜਿਵੇਂ ਪਿੱਛੇ ਆਪਾਂ ਪਿਆ ਕਹਿੰਦੇ ਸੀ, ਬੜੀ ਜਲਦੀ ਖਤਮ ਕੀਤੀ ਆ। ਹਾਂਜੀ ਬੜੀ ਫਾਸਟ ਸੁਣਾਈ ਤੁਸੀਂ, ਬੜੀ ਫਾਸਟ ਸੁਣਾਈ। ਚਲੋ ਦੁਬਾਰਾ ਲੈ ਲੈਣੇ, ਕੋਈ ਨਹੀਂ, ਦੁਬਾਰਾ ਲੈ ਲੈਣੇ, ਘੁਮਾ ਕੇ ਦੁਬਾਰਾ। ਬਹੁਤ ਖੂਬਸੂਰਤ ਵੀਰੇ ਕਵਿਤਾ ਹੈ। ਤੇ ਤੁਸੀਂ ਨੇ ਜਿਵੇਂ ਪੋਜ਼ਿਟਿਵਿਟੀ ਹੁੰਦੀ ਜਿਹੜੀ ਹੈ ਨਾ,
ਉਹ ਜਿਵੇਂ ਮੋਟੀਵੇਸ਼ਨਲ ਕਵਿਤਾ ਹੁੰਦੀ ਆ, ਉਹ ਕਵਿਤਾ ਸੀ। ਆ ਰਹੀ है आज नहीं आ रही है। ਆ ਰਹੀ ਹੈ ਜੀ? हाँ ਹਾਂਜੀ जी ਹਾਂਜੀ आ रही है ਦੁਬਾਰਾ ਸ਼ੁਰੂ ਕਰੋ सर, ਜਿਸ ਕੋਈ ਗੱਲ ਹੈ। हाँ जी आ रही है। ਕੁਝ ਦਿਨ ਹੋਏ ਮੈਨੂੰ ਉਮਰ ਗੁਜ਼ਾਰੇ ਨੂੰ, ਹੱਡੀਆਂ ਦੀ ਦੇ ਗੰਗਾ ਚ ਤਾਰੇ ਨੂੰ। ਕੁਝ ਦਿਨ ਹੋਏ ਮੈਨੂੰ ਉਮਰ ਗੁਜ਼ਾਰੇ ਨੂੰ, ਮਿਟਾ ਕੇ ਖੁਦ ਨੂੰ ਵੀ ਕੋਈ ਰਾਹਤ ਨਾ ਨਸੀਬ ਹੋਈ, ਮਿਟਾ ਕੇ ਖੁਦ ਨੂੰ ਵੀ ਕੋਈ ਰਾਹਤ ਨਾ ਨਸੀਬ ਹੋਈ। ਹੁਣ ਚੁੱਕਣਾ ਹੈ ਸਦਾ ਇਸ ਰੂਹ ਦੇ ਭਾਰੇ ਨੂੰ, ਨਾ ਤੇਰਾ ਕੋਈ ਕਸੂਰ ਇਹ, ਨਾ ਮੇਰੀ ਕੋਈ ਭੁੱਲ ਹੈ, ਨਾ ਤੇਰਾ ਕੋਈ ਕਸੂਰ ਇਹ, ਨਾ ਮੇਰੀ ਕੋਈ ਭੁੱਲ ਹੈ। ਇਸ ਇਸ਼ਕ ਨੇ ਹੀ ਦੱਸਿਆ ਤੈਨੂੰ ਤਿਣਕਾ ਮੈਨੂੰ ਸਾਰੇ ਨੂੰ, ਇੱਕ ਪਿਆਰ ਤੋਂ ਸਿਵਾ ਕੁਝ ਹੋਰ ਨਹੀਂ ਤੈਨੂੰ ਦੇ ਸਕਦਾ, ਇੱਕ ਪਿਆਰ ਤੋਂ ਸਿਵਾ ਕੁਝ ਹੋਰ ਨਹੀਂ ਤੈਨੂੰ ਦੇ ਸਕਦਾ। ਮੈਂ ਕੀਤੀ ਸੀ ਗੁਜ਼ਾਰਿਸ਼ ਤੇਰੇ ਨੈਣਾਂ ਦੇ ਵਣਜਾਰੇ ਨੂੰ, ਇਸ ਇਸ਼ਕ ਦੇ ਬਾਜ਼ਾਰ ਵਿੱਚ ਜੋ ਕੁਝ ਸੀ ਸਭ ਵੇਚ ਆਇਆ, ਇਸ ਇਸ਼ਕ ਦੇ ਬਾਜ਼ਾਰ ਵਿੱਚ ਜੋ ਕੁਝ ਸੀ ਸਭ ਵੇਚ ਆਇਆ। ਕੀ ਦੇਵਾਂ ਹੁਣ ਜਵਾਬ ਇਹਨਾਂ ਸਦਰਾਂ ਚਾ ਕੁਆਰੇ ਨੂੰ, ਇੱਕ ਤੇਰੀ ਆਸ ਤੇ ਦਿਨ ਰਾਤ ਲੰਘਦੇ ਨੇ ਮੇਰੇ, ਇੱਕ ਤੇਰੀ ਆਸ ਤੇ ਦਿਨ ਰਾਤ ਲੰਘਦੇ ਨੇ ਮੇਰੇ। ਨਹੀਂ ਤਾਂ ਜ਼ਮਾਨਾ ਗੁਜ਼ਰ ਗਿਆ ਸਾਹਾਂ ਦਾ ਲਿਬਾਸ ਉਤਾਰੇ ਨੂੰ, ਕਿੰਜ ਇਸ਼ਕ ਨੂੰ ਨਿਭਾਈਦਾ, ਕਿੰਜ ਚੋਲਾ ਗਲ ਵਿੱਚ ਪਾਈਦਾ, ਕਿੰਜ ਇਸ਼ਕ ਨੂੰ ਨਿਭਾਈਦਾ, ਕਿੰਜ ਚੋਲਾ ਗਲ ਵਿੱਚ ਪਾਈਦਾ। ਕੋਈ ਸਾਨੂੰ ਵੀ ਗੁਣ ਬਖਸ਼ ਦੇ, ਮੈਂ ਆਖਾਂ ਤਖਤ ਹਜ਼ਾਰੇ ਨੂੰ, ਮੈਂ ਆਖਾਂ ਤਖਤ ਹਜ਼ਾਰੇ ਨੂੰ। ਕੀ ਬਾਤ ਹੈ, ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ ਰਜੇਸ਼, ਬਹੁਤ ਵਧੀਆ। ਧੰਨਵਾਦ ਵੀਰੇ। गिरोह ਤੇ ਰਜੇਸ਼ ਪਕੜ ਦਿਨ ਪਰ ਦਿਨ ਬਹੁਤ ਮਜ਼ਬੂਤ ਹੋ ਰਹੀ ਹੈ ਭਰਾਵਾ, ਤੇ ਮੈਨੂੰ ਲੱਗਦਾ ਵੀ ਕੁਝ ਨਾ ਕੁਝ ਕਰੇਗਾ। ਕਿਤਾਬ ਲਿਖਣ ਤੋਂ ਪਹਿਲਾਂ ਪਹਿਲਾਂ ਕੁਝ ਨਾ ਕੁਝ ਖੂਬਸੂਰਤ ਕਰ ਦੇਗਾ, ਮੈਨੂੰ ਲੱਗਦਾ ਹੈ। ਬਸ ਵੀਰੇ। ਤੇ ਅਮਨ ਵੈਸੇ ਲਿਖਦਾ ਨਹੀਂ, ਅਮਨ ਵੈਸੇ ਲਿਖਦਾ ਨਹੀਂ ਹੈਗਾ, ਪਰ ਅਮਨ ਗਾਉਂਦਾ ਬਹੁਤ ਸੋਹਣਾ, ਬਹੁਤ ਸੁਰੀਲਾ। ਮੇਰੀ ਗਜ਼ਲ ਦੁਆ ਤੇਰੇ ਲਈ ਇਹਨੇ ਗਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਬਹੁਤ ਖੂਬਸੂਰਤ ਗਾਇਆ ਨੇ, ਬਹੁਤ ਉੱਚੇ ਸਕੇਲ ਤੇ ਗਾਇਆ। ਤੇ ਉਹ ਕਹਿੰਦਾ ਸੀ ਵੀ ਮੈਂ ਇਹਨੂੰ ਕਿਹਾ ਸੀ ਵੀ ਤੂੰ ਜੁਆਇਨ ਕਰੀ, ਤੂੰ ਸੁਣੀ? ਕਹਿੰਦਾ ਠੀਕ ਹੈ ਵੀਰੇ। ਅਮਨ ਸੁਣ ਰਿਹਾ? ਅਮਨ ਹਾਂਜੀ ਹਾਂਜੀ ਸੋਮਪਾਲ ਜੀ ਸੁਣ ਰਿਹਾ ਵੀਰੇ। ਹਾਂ, ਤੇ ਮੈਂ ਚਾਹੂੰਗਾ ਵੀ ਅਮਨ ਤੂੰ ਵੀ ਕੋਈ ਇੱਕ ਪਹਿਰਾ ਵਧੀਆ ਗੀਤ ਦਾ ਕੋਈ ਸੁਣਾਏ, ਸਾਨੂੰ ਵਧੀਆ ਲੱਗੂਗਾ, ਤਾਂ ਕਿ ਕੋਈ ਖੂਬਸੂਰਤ ਜਿਹਾ ਪਹਿਰਾ। ਚਲੋ ਮੈਂ ਨਾ ਮੇਰਾ ਕਲਾਸ ਫੈਲੋ ਵੀ ਅਮਨ ਜੀ। ਜੀ ਗੁੱਡ ਗੁੱਡ। ਹਾਂਜੀ ਸਰ, ਮੈਂ ਨਾ ਇੱਕ ਸ਼ਿਵ ਕੁਮਾਰ ਬਟਾਲਵੀ ਜੀ ਦਾ ਕੁਛ ਸੁਣਾਦਾ ਹੈ ਨਾ। ਬਿਲਕੁਲ ਬਿਲਕੁਲ। ਮਾਈਕ ਮੜੇ ਆਫ ਕਰ ਲਿਓ ਜੀ ਸਾਰੇ। ਹਾਂਜੀ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡਾ ਨਦੀਆਂ ਵਿਛੜੇ ਨੀਰਾਂ ਦਾ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡਾ ਨਦੀਆਂ ਵਿਛੜੇ ਨੀਰਾਂ ਦਾ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ। ਇਹ ਜਾਣਦਿਆਂ ਕੁਝ ਸ਼ੌਕ ਜਹੇ ਰੰਗਾਂ ਦਾ ਹੀ ਨਾ, ਤਸਵੀਰਾਂ ਏ ਜਦ ਹਟ ਗਏ ਅਸੀਂ ਇਸ਼ਕੇ ਦੀ, ਮੁੱਲ ਕਰ ਬੈਠੇ ਤਸਵੀਰਾਂ ਦਾ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ। ਸ਼ੁਕਰੀਆ ਜੀ। ਬਹੁਤ ਹੀ ਖੂਬਸੂਰਤ ਅਮਨ, ਬਹੁਤ ਸੋਹਣਾ। ਬਹੁਤ ਸੋਹਣਾ ਅਮਨ ਜੀ, ਅਮਨਜੋਤ ਨਹੀਂ, ਅਮਨ ਜੀ ਤੁਸੀਂ ਪ੍ਰੋਫੈਸ਼ਨਲ? ਅੱਛਾ ਹਾਂਜੀ, ਇਸ ਤੋਂ ਬਾਅਦ ਬਹੁਤ ਸ਼ੁਕਰੀਆ ਅਮਨ। ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮੈਮ ਗੀਤੂ ਦੀ, ਕਿ ਉਹ ਆਪਣੀ ਕਵਿਤਾ ਨੂੰ ਸਾਡੇ ਮੂਹਰੇ ਜ਼ਰੂਰ ਪੇਸ਼ ਕਰਨ। ਮੈਮ ਗੀਤੂ। हाँ जी सर। जो आज मेरा ਮੈਮ ਥੋੜਾ ਜਿਹਾ ਆਰਾਮ ਨਾਲ ਰੱਖਿਓ, ਥੋੜਾ ਆਰਾਮ ਨਾਲ ਰੱਖਿਓ, ਰਿਕਾर्डिंग ਚੱਲ ਰਿਹਾ, ਆਰਾਮ ਨਾਲ ਰੱਖਿਓ जरूर। ठीक है सर। आज आज मेरा टॉपिक है वो है एक मतलब जो हमारी सोसाइटी की एक लगा लो आप बुरी एक रिवाज है, बुरा रिवाज है। लाइक एक कोई लेडी है, अगर उसका हस्बैंड की डेथ हो जाती है तो वो विडो मतलब लाइक एक विडो के ऊपर है ये ना।
और Okay. ये एक मैंने मतलब मैं किसी सेंटर में गई थी तो वहां पे मुझे एक लेडी मिली थी, तो उसको देख के मैंने ये बनाया था। मैं आपको सुना रही हूँ। मैम वीडियो ऑन कर लिया, ਤੁਹਾਡੀ रिकॉर्डिंग ਚੱਲਦੀ है। सर मैंने ना एक्चुअली फोन में ही है मेरे ना, ओके ओके। तो करके एक औरत मिली प्यारी सी, मुस्कान लिए, कुछ ना जाने कितने दर्द छुपाए हुए, पूछने से पता चला वो अपने पति को खोए हुए अभागी है, ना जाने कितने अरमान दबाए हुए। क्या जरूरी है किसी के जाने के बाद अपने आप को बेरंग करना? क्यों समाज उन्हें जीने का हक नहीं देता? क्यों उनकी आजादी उनसे छीन ली जाती है? क्यों समाज में उनको रहम की नजरों का शिकार बनना पड़ता है? और खुद को कैसे बुरी नजरों से किस तरह कैसे बचाती फिरती है? क्यों हक नहीं उसे जीने का? अगर नहीं है तो किसने खोया है उसका हक? अपनी जिंदगी में उसने कितने ही सपने देखे होंगे, कितनी ही उसकी चाहत रही होगी, बहुत कुछ भरना चाहती होगी वो रंग अपनी जिंदगी में, शायद कुछ अपने उसके भी जो अधूरे रह गए होंगे। क्यों उसका अधूरापन भरा नहीं जा सकता? इसका जवाब ढूंढती रही मैं अपनी सोच में। थैंक यू। ਤੁਹਾਡੇ ਵੱਲੋਂ ਮੈਡਮ ਜੀ ਜਿਹੜੀ ਕਵਿਤਾ ਸੁਣਾਈ ਹੈ ਬਹੁਤ ਵੱਡਾ ਇੱਕ ਮਤਲਬ ਪ੍ਰਸ਼ਨ ਹੈ ਜਿਹੜਾ ਆਪਾਂ ਹਮੇਸ਼ਾ ਹੀ ਇੱਕ ਜੋ ਵਿਧਵਾ ਔਰਤ ਉਹਦੇ ਲਈ ਆਪਾਂ ਚੁੱਕਦੇ ਹਾਂ, ਬਿਲਕੁਲ ਸੱਚੀ ਗੱਲ ਹੈ। ਚਲੋ ਹੌਲੀ ਹੌਲੀ ਬਦਲਾਵ ਹੋ ਰਿਹਾ ਤੇ ਹੋਊਗਾ। ਅੱਜ ਕੱਲ ਬਹੁਤ ਵਿਧਵਾ ਜਿਹੜੇ ਹੋਈਆਂ ਨੇ ਉਹਨਾਂ ਦੇ ਵਿਆਹ ਜਲਦੀ ਕਰ ਦਿੱਤੇ ਜਾਂਦੇ ਨੇ, ਜਾਂ ਉਹਦੇ ਜੋ ਸਹੁਰਾ ਘਰ ਆ ਉਹਨਾਂ ਨੂੰ ਆਪਣੀ ਬੇਟੀ ਸਮਝ ਕੇ ਅੱਗੇ ਵਿਆਹ ਦਿੰਦਾ। बहुत बड़ी अगे रीत चल रही है, बहुत बढ़िया। सर कहने की बात है, बट सोसाइटी में अभी भी एक्सेप्टेंस नहीं है। हाँ बिल्कुल बिल्कुल कुछ है, हाँ एक्सेप्टेंस नहीं है। नहीं एक क्वेश्चन मैं एक्चुअली मैम ये कह रही थी भी आज ਜਿਹੜਾ ਤੁਹਾਡਾ ਹੋਣੀ ਸ਼ਾयद ਹੈ ਤੁਸੀਂ ਪੜ੍ਹੀ ਸੀਗੀ ਤੇਰੇ ਸ਼ਹਿਰ ਤੇਰਾ ਸ਼ਹਿਰ। ਹਾਂ ਤੇ ਅੱਜ ਸੁਣਾ ਦਿੰਦੇ ਤੁਹਾਨੂੰ ਆਪਣੀ ਲਫ਼ਜ਼ਾਂ ਦੇ ਵਿੱਚ। ਅੱਜ ਫਿਰ ਤੋਂ ਬੌੜਿਆ ਹਾਂ ਸ਼ਹਿਰ ਤੇਰੇ, ਅੱਜ ਫਿਰ ਤੋਂ ਬੌੜਿਆ ਹਾਂ ਸ਼ਹਿਰ ਤੇਰੇ, ਅੱਜ ਫਿਰ ਤੋਂ ਦਰਦਾਂ ਨਾਲ ਮੇਰੀ ਮੁਲਾਕਾਤ ਹੋ ਗਈ। ਅੱਜ ਫਿਰ ਤੋਂ ਬੌੜਿਆ ਹਾਂ ਸ਼ਹਿਰ ਤੇਰੇ, ਅੱਜ ਫਿਰ ਤੋਂ ਦਰਦਾਂ ਨਾਲ ਮੇਰੀ ਮੁਲਾਕਾਤ ਹੋ ਗਈ। ਭਾਵੇਂ ਸੀ ਸੂਰਜ ਤਪ ਰਿਹਾ ਤੇ ਧੁੱਪ ਦਾ ਸੇਕ ਸੀ ਬੜਾ, ਭਾਵੇਂ ਸੀ ਸੂਰਜ ਤਪ ਰਿਹਾ ਤੇ ਧੁੱਪ ਦਾ ਸੇਕ ਸੀ ਬੜਾ, ਪਰ ਦਿਲ ਦੇ ਵਿਹੜੇ ਮਾਤਮਾ ਦੀ ਫਿਰ ਤੋਂ ਰਾਤ ਹੋ ਗਈ। ਅੱਜ ਫਿਰ ਤੋਂ ਬੌੜਿਆ ਹਾਂ ਸ਼ਹਿਰ, ਇੱਕ ਤੇਰੇ ਕਰਕੇ ਬੇਕਦਰਾ ਅਸੀਂ ਜਾਨ ਦੀ ਬਾਜੀ ਲਾ ਬੈਠੇ, ਇੱਕ ਤੇਰੇ ਕਰਕੇ ਬੇਕਦਰਾ ਅਸੀਂ ਜਾਨ ਦੀ ਬਾਜੀ ਲਾ ਬੈਠੇ, ਇੱਕ ਤੇਰੇ ਕਰਕੇ ਬੇਦਰਦਾ ਸਾਡੀ ਜਿੱਤ ਵੀ ਮਾਤ ਹੋ ਗਈ। ਅੱਜ ਫਿਰ ਤੋਂ ਬੌੜਿਆ ਹਾਂ ਸ਼ਹਿਰ ਤੇਰੇ, ਅੱਜ ਫਿਰ ਤੋਂ ਦਰਦਾਂ ਨਾਲ ਮੇਰੀ ਮੁਲਾਕਾਤ ਹੋ। ਤੇਰਾ ਵਾਅਦਾ ਝੂਠਾ, ਤੇਰਾ ਦਾਵਾ ਝੂਠਾ ਹੋ ਗਿਆ ਕਿ ਇਸ਼ਕ ਦੀ ਕੋਈ ਜਾਤ ਨਾ, ਤੇਰਾ ਦਾਵਾ ਝੂਠਾ ਹੋ ਗਿਆ ਕਿ ਇਸ਼ਕ ਦੀ ਕੋਈ, ਤੇਰਾ ਦਾਵਾ ਝੂਠਾ ਹੋ ਗਿਆ ਕਿ ਇਸ਼ਕ ਦਾ ਕੋਈ ਧਰਮ ਨਾ, ਤੇਰਾ ਦਾਵਾ ਝੂਠਾ ਹੋ ਗਿਆ ਕਿ ਇਸ਼ਕ ਦਾ ਕੋਈ ਧਰਮ ਨਾ, ਪਾਲੀ ਨੀਵਿਆਂ ਚ ਗਿਣ ਹੋਇਆ ਤੇ ਤੇਰੀ ਉੱਚੀ ਜਾਤ ਹੋ ਗਈ। ਅੱਜ ਫਿਰ ਤੋਂ ਬੌੜਿਆ ਹਾਂ ਸ਼ਹਿਰ ਤੇਰੇ, ਅੱਜ ਫਿਰ ਤੋਂ ਦਰਦਾਂ ਨਾਲ ਮੇਰੀ ਮੁਲਾਕਾਤ ਹੋ ਗਈ। ਬਹੁਤ ਸੋਹਣਾ, ਬਹੁਤ ਸੋਹਣਾ, ਬਹੁਤ ਸੋਹਣਾ, ਬਹੁਤ ਸੋਹਣਾ। ਥੈਂਕ ਯੂ ਬਹੁਤ ਬਹੁਤ ਸੋਹਣਾ ਭਾਜੀ। ਪਾਲੀ ਭਾਜੀ ਦਿਲ ਦੇ ਕਰੀਬ ਨਹੀਂ ਸੀ, ਦਿਲ ਦੇ ਵਿੱਚੋਂ ਸੀ। ਹਾਂ ਬਿਲਕੁਲ। ਹਾਂਜੀ ਮੋਨਿਕਾ ਮੈਮ ਕਰੇ ਸ਼ੁਰੂ ਹੁਣ। हाँ जी ठीक है, मैं शुरू कर दी हूँ कि बहुत कुछ अच्छा बहुत कुछ बुरा, बहुत कुछ अच्छा बहुत कुछ बुरा, मेरे बारे में वो दिल में भर बैठे हैं। कुछ लोग मेरे ठहाकों से मेरे चरित्र को परिभाषित कर बैठे हैं। फिर तो महात्मा होंगे वो लोग, फिर तो महात्मा होंगे वो लोग जो शांत रहते हैं, जिन्होंने लगता भी बड़े शांत है, बहुत सिंसियर है। फिर तो महात्मा होंगे वो लोग जो शांत रहते हैं, चाहे गंदगी के महासागर उनके ख्यालों में सुबह शाम बहते हैं। क्या बात। मैं तो जो थी जो हूँ खुद को वैसा ही रख दिया, मैं एक्चुअलिटी ਦੇ ਵਿੱਚ ਜਿੱਦਾਂ ਦੀ ਆ ਮੈਂ ਉਦਾਂ ਦੀ ਹੀ ਆ। I cannot change myself कि मैं तो जो थी जो हूँ खुद को वैसा ही रख दिया। एक बात बताओ, मेरा चरित्र सर्टिफिकेट छापने का
आपको किसने हक दिया। वेरी किसी से हंसकर बात करना, किसी से हंसकर बात करना अगर चरित्रहीन कहलाता है तो सच कहूं इतनी छोटी सोच पे मुझे तरस आता है। ਇਹ ਜਿਹੇ ਬੰਦੇ ਨੂੰ ਗਰੋ ਅਪ ਕਰਨ ਦੀ ਲੋੜ ਆ ਜਿਹਨੂੰ ਇਦਾਂ ਲੱਗਦਾ ਕੁਝ। बंद कर लो अपनी आंखें और अपने कान, बंद कर लो अपनी आंखें और अपने कान जब मैं सुनाई दूं या दिखाई दूं। क्या हूं मैं, क्यों हूं मैं, ये जानती हूँ भली भांति। क्या हूं मैं, क्यों हूं मैं, जानती हूँ भली भांति। अपने चरित्र के बारे में आपको क्यों सफाई दूं। लास्ट है जी। मेरे चरित्र को मेरे माँ बाप के संस्कार अच्छे से संवार चुके हैं। मेरे चरित्र को मेरे माँ बाप के संस्कार अच्छे से संवार चुके हैं। आप लोगों के लिए नसीहत है, आप आगे बढ़िए, मुझ पे क्यों रुके हैं। ठीक है जी। आज मेरा ਤੇ ਮੈਂ ਨਹਿਰ ਤੇ ਘੁੰਮਣ ਗਿਆ ਤੇ 15 ਮਿੰਟ 'ਚ ਮੈਂ ਲਿਖਤੀ ਹੂੰ। ਉਹ ਕਵਿਤਾ ਦਾ ਸ਼ੀਰਸ਼ਕ ਹੈ ਤੇਰਾ ਮੇਰਾ ਪਿਆਰ। ਕਾਫੀ ਲੰਬੀ ਆ ਬਟ ਮੈਂ ਲਿਖਤੀ ਜੋ ਮੇਰੇ ਦਿਲ ਦੇ ਵਿੱਚ ਹੈ। ਮੈਂ ਨਹੀਂ ਜਾਣਦਾ ਕੋਈ ਇੰਨਾ ਪੱਥਰ ਦਿਲ ਕਿਵੇਂ ਹੋ ਸਕਦਾ ਹੈ। ਮੈਂ ਨਹੀਂ ਜਾਣਦਾ ਕੋਈ ਇੰਨਾ ਪੱਥਰ ਦਿਲ ਕਿਵੇਂ ਹੋ ਸਕਦਾ ਹੈ ਕਿਉਂਕਿ ਮੈਂ ਦੇਖਿਆ ਹੈ ਅਕਸਰ ਪੱਥਰ ਦੀ ਇੱਕ ਚੀਰ ਬੀਜ ਨੂੰ ਪੁੰਗਰਦੇ ਹੋਏ। ਪਰ ਤੂੰ ਉਹ ਪੱਥਰ ਨਹੀਂ, ਤੂੰ ਉਹ ਪੱਥਰ ਹੈ ਜਿਸ ਉੱਪਰ ਗਿਰ ਕੇ ਇੱਕ ਬਾਰਿਸ਼ ਦੀ ਗਿਰਦੇ ਸਾਰ ਹੀ ਤਪ ਨਾਲ ਹਵਾ ਹੋ ਜਾਂਦੀ ਹੈ ਜੋ ਖਤਮ ਕਰ ਦਿੰਦੀ ਹੈ ਬੂੰਦ ਦੇ ਵਜੂਦ ਨੂੰ ਵੀ। ਪਰ ਤੂੰ ਇੰਨਾ ਪੱਥਰ ਦਿਲ ਤਾਂ ਨਹੀਂ ਹੋ ਸਕਦਾ ਕਿਉਂਕਿ ਤੇਰੇ ਅੰਦਰ ਵੀ ਹੋਵੇਗਾ ਰਹਿਮ ਦਾ ਕੋਈ ਤੁਪਕਾ ਜੋ ਪੈਦਾ ਕਰੇਗਾ ਇੱਕ ਭਰੇ ਹੋਏ ਬੂਟੇ ਨੂੰ, ਜੋ ਪੈਦਾ ਕਰੇਗਾ ਇੱਕ ਹਰੇ ਭਰੇ ਬੂਟੇ ਨੂੰ ਜਿਸ ਵਿੱਚ ਤੇਰੇ ਮੇਰੇ ਪਿਆਰ ਦੇ ਫੁੱਲ ਮਹਿਕਣਗੇ। ਪਰ ਬੇਮੌਸਮੀ ਬਰਸਾਤਾਂ ਦਾ ਕੋਈ ਮੁੱਲ ਨਹੀਂ ਹੁੰਦਾ, ਉਹ ਸਿਰਫ ਤੇ ਸਿਰਫ ਉਜਾੜ ਹੀ ਕਰਦੀਆਂ ਹਨ। ਜਿਵੇਂ ਕਿ ਤੇਰਾ ਮੇਰਾ ਪਿਆਰ ਜੋ ਮਾਰੂਥਲ ਦੀ ਸਥੋਰ ਵਰਗਾ ਹੈ ਜਿਸ ਨੂੰ ਕਦੇ ਫੁੱਲ ਨਹੀਂ ਲੱਗਦਾ ਤੇ ਨਾ ਹੀ ਕਦੇ ਰਾਗੀਰ ਲਈ ਛਾਂ ਤੇ ਪੰਛੀਆਂ ਦੇ ਆਲ੍ਹਣੇ ਦਾ ਸਹਾਰਾ ਬਣਦਾ ਹੈ। ਮੈਂ ਜਾਣਦਾ ਹਾਂ ਕਿਸ ਤਰ੍ਹਾਂ ਦਾ ਹੈ ਤੇਰਾ ਮੇਰਾ ਪਿਆਰ, ਮੈਂ ਜਾਣਦਾ ਹਾਂ ਇੱਕ ਦਿਨ ਤੂੰ ਵੀ ਪਿੰਗਲੇਗਾ ਜਿਸ ਤਰ੍ਹਾਂ ਪੱਥਰਾਂ ਦੀ ਹਿੱਕ ਪਾੜ ਜਵਾਲਾਮੁਖੀ ਬਣ ਬਾਹਰ ਨਿਕਲਦੀ ਹੈ। ਪਰ ਇਸ ਫਟੇ ਹੋਏ ਜਵਾਲਾਮੁਖੀ ਵਿੱਚ ਗਰਮ ਲਾਵੇ ਤੋਂ ਬਿਨਾਂ ਹੋਰ ਕੁਝ ਨਹੀਂ ਹੋਵੇਗਾ ਜੋ ਸਭ ਕੁਝ ਤਬਾਹ ਤੇ ਬਰਬਾਦ ਕਰ ਦਿੰਦਾ ਹੈ। ਮੈਂ ਜਾਣਦਾ ਹਾਂ, ਮੈਂ ਸਭ ਜਾਣਦਾ ਹਾਂ ਤੇਰਾ ਪਿਆਰ ਕੀ ਹੈ, ਮੈਂ ਜਾਣਦਾ ਹਾਂ ਤੇਰੀ ਚੁੱਪ ਕੀ ਹੈ, ਮੈਂ ਜਾਣਦਾ ਹਾਂ ਤੇਰੀਆਂ ਅੱਖਾਂ ਵਿੱਚ ਸ਼ਾਂਤ ਤੂਫਾਨ ਨੂੰ ਪਾਲੀ ਸਿਰਫ ਅੰਤ ਦੇ ਰਾਹ ਤੇ ਹੈ ਜੋ ਦਿਲ ਦੀ ਧੜਕਣ ਰੋਕ ਸਕਦਾ ਹੈ, ਚੱਲਦੇ ਸਾਹ ਰੋਕ ਸਕਦਾ ਹੈ, ਮੈਂ ਜਾਣਦਾ ਹਾਂ। ਸ਼ੁਕਰੀਆ ਵੀਰੇ। ਕੀ ਬਾਤ ਹੈ। ये वाली मेरे 15 मिनट में ना खतरनाक लिखे है भाई। जे तो कितने 1-2 दिन लाके लिख दे तो पता नहीं की कर दूंगा। नहीं मैं मैनू 15 दिन ਦੇ ਵਿੱਚ ਐਡਾ ਜ਼ਬਰਦਸਤ ਲਿਖਣਾ। ਮੈਂ ਨਾ ਇਹ ਸੋਚ ਕੇ ਗਿਆ ਸੀ ਮੈਂ ਅੱਜ ਖੁੱਲੀ ਕਵਿਤਾ ਲਿਖਣਾ ਕੁਝ ਲਿਖਣਾ ਤੇ ਮੈਂ ਨਹਿਰ ਦੇ ਕਿਨਾਰੇ ਗਿਆ, ਮੈਂ ਘੁੰਮਣ ਜਾਣਾ ਪੜੀ ਗਿਆ ਮੈਂ ਜਦ ਤੱਕ 15 ਮਿੰਟ ਪਰਲੇ ਪਾਸੇ ਪਹੁੰਚ ਗਿਆ ਤਦ ਤੱਕ ਮੈਂ ਲਿਖਤਾ ਸੀ। ਮੈਂ ਤੁਹਾਨੂੰ ਦੱਸਦਾ ਭਾਜੀ ਵੀਰੇ ਤੇ ਆ ਜਿਹੜੀ ਅੱਜ ਕਵਿਤਾ ਮੈਂ ਸੁਣਾਈ ਨਾ ਮੈਨੂੰ ਲੱਗਦਾ 25 ਕੁ ਦਿਨ ਲੱਗ ਗਏ ਇਹ ਮਸੀਂ ਪੂਰੀ ਕੀਤੀ। ਮੈਨੂੰ ਪਤਾ ਜਿੱਦਾਂ ਮੈਂ ਕੋਈ ਰਜੇਸ਼ ਵੀ ਜਾਣਦਾ ਇਸ ਗੱਲ ਨੂੰ। ਆਪਣੇ ਫਾਦਰ ਸਾਹਿਬ ਬਾਰੇ ਕੁਝ ਲਿਖਿਆ ਸੀ 4 ਲਾਈਨਾਂ। ਜਰੂਰ ਵੀਰੇ ਜਰੂਰ। ਹਾਂਜੀ ਜਦੋਂ ਉਹ ਆਪਣੇ ਲਾਸਟ ਲੈਗਸ ਤੇ ਸੀ ਤੇ ਮਤਲਬ ਆਖਰੀ ਸਾਹਾਂ ਤੇ ਲੈ ਲਈਏ ਕਹਿ ਲਈਏ ਆਪਾਂ। ਹਾਂਜੀ ਤੇ ਆਫਟਰ ਜਦੋਂ ਚਲੇ ਗਏ ਤੇ ਉਹਨਾਂ ਤੋਂ ਬਾਅਦ ਕੁਝ ਲਿਖਿਆ ਸੀ, ਉਹ ਪੂਰਾ ਤਾਂ ਨਹੀਂ ਕਰ ਪਾਇਆ ਮੈਂ। ਹਾਂ ਉਹ 4 ਲਾਈਨਾਂ ਲਿਖੀਆਂ ਨੇ। ਹਾਂਜੀ ਸਰ। ਇਹ ਕਿਹੜੇ ਘਰ ਤੂੰ ਪਾਇਆ ਰੱਬਾ। ਇਹ ਮੈਂ ਸੋਚ ਕੇ ਲਿਖਿਆ ਸੀ ਜਦੋਂ ਉਹ ਮਤਲਬ ਮੰਜੇ ਤੇ ਪਏ ਹੁੰਦੇ ਸੀ। ਇਹ ਕਿਹੜੇ ਘਰ ਤੂੰ ਪਾਇਆ ਰੱਬਾ, ਮੈਨੂੰ ਹਿਜਰਾਂ ਦੇ ਲੜ ਲਾਇਆ ਰੱਬਾ। ਇਹ ਕਿਹੜੇ ਘਰ ਤੂੰ ਪਾਇਆ ਰੱਬਾ, ਮੈਨੂੰ ਹਿਜਰਾਂ ਦੇ ਲੜ ਲਾਇਆ ਰੱਬਾ। ਪਹਿਲਾਂ ਹਨੇਰੇ ਤੋਂ ਸੀ ਸ਼ੁਰੂ ਕੀਤਾ, ਫਿਰ ਸਿਵਿਆਂ ਵਿੱਚ ਲਪਟਾਂ ਨੂੰ ਪੀਤਾ। ਪਹਿਲਾਂ ਹਨੇਰੇ ਤੋਂ ਸੀ ਸ਼ੁਰੂ ਕੀਤਾ, ਫਿਰ ਸਿਵਿਆਂ ਵਿੱਚ ਲਪਟਾਂ ਨੂੰ ਪੀਤਾ। ਫਿਰ ਗੰਗਾ ਸਨਾਨ ਕਰਾਇਆ ਰੱਬਾ, ਇਹ ਕਿਹੜੇ ਘਰ ਤੂੰ ਪਾਇਆ ਰੱਬਾ। ਮੋਹ ਪਿਆਰ ਵੀ ਛੱਡ ਨਾ ਹੁੰਦੇ,
ਦਿਲ ਦੇ ਆਵਾਜ਼ ਟੁਕੜੇ ਵੱਢ ਨਾ ਹੁੰਦੇ, ਮੋਹ ਪਿਆਰ ਵੀ ਛੱਡ ਨਾ ਹੁੰਦੇ, ਦਿਲ ਦੇ ਟੁਕੜੇ ਵੱਢ ਨਾ ਹੁੰਦੇ। ਸਭ ਮਿੱਟੀ ਬਣ ਕੇ ਰਹਿ ਗਿਆ, ਮੇਰਾ ਕੀਤਾ ਇਸ਼ਕ ਕਮਾਇਆ ਰੱਬਾ, ਇਹ ਕਿਹੜੇ ਘਰ ਤੂੰ ਪਾਇਆ ਰੱਬਾ, ਮੈਨੂੰ ਹਿਜਰਾਂ ਦੇ ਲੜ ਲਾਇਆ ਰੱਬਾ। ਬਹੁਤ ਸੋਹਣੀ ਵੀਰੇ, ਬਹੁਤ ਦਰਦਾਂ ਭਰੀ ਕਵਿਤਾ, ਤੇ ਮੈਂ ਆਸ ਕਰੂੰਗਾ ਵੀ ਤੂੰ ਇਹਨੂੰ ਜਲਦੀ ਪੂਰਾ ਕਰੇ। ਤੇ ਇੱਕ ਬੱਚੇ ਵੱਲੋਂ ਜਿਹੜਾ ਆਪਣੇ ਪਿਤਾ ਦੇ ਲਈ ਕੁਝ ਵੀ ਲਿਖਿਆ ਜਾਂਦਾ ਤਾਂ ਸ਼ਾਇਦ ਉਹਦੇ ਲਈ ਸਭ ਤੋਂ ਵੱਡਾ ਤੋਹਫਾ ਹੁੰਦਾ, ਦਿਲ ਦੇ ਜਜ਼ਬਾਤ ਅੱਖਰਾਂ ਨੂੰ ਅੱਖਰ ਬਣ ਕੇ ਇੱਕ ਕਿਤਾਬ ਜਾਂ ਕਾਪੀ ਉੱਤੇ ਨੇ ਤਾਂ ਸ਼ਾਇਦ ਬਹੁਤ ਵੱਡੇ ਕੀਮਤੀ ਉਹ ਚੀਜ਼ ਗਿਫਟ ਹੁੰਦਾ। ਇਹ ਤੋਂ ਵੱਡਾ ਕੋਈ ਗਿਫਟ ਨਹੀਂ ਹੁੰਦਾ ਕਿਸੇ ਦੇ ਲਈ ਵੀ। ਇੱਕ ਲਿਖਾਰੀ ਬਣਨਾ ਸਭ ਤੋਂ ਦੁਨੀਆ ਦਾ ਔਖਾ ਕੰਮ ਆ। ਅਸੀਂ ਇਸ ਲਈ ਖੁਸ਼ ਹਾਂ, ਅਸੀਂ ਹੱਸਦੇ ਫਿਰਦੇ ਹਾਂ ਕਿਉਂਕਿ ਅਸੀਂ ਅਜੇ ਲਿਖਾਰੀ ਨਹੀਂ ਹੈਗੇ। ਜਿੱਦਣ ਅਸੀਂ ਪ੍ਰੋਪਰ ਲਿਖਾਰੀ ਬਣ ਲਾਂਗੇ ਅਸੀਂ ਸ਼ਾਇਦ ਫਿਰ ਕਈ ਵਾਰ ਬੰਦਾ ਤੁਰਦਾ ਫਿਰਦਾ ਲਾਸ਼ਾ ਹੋ ਜਾਂਦਾ। ਸ਼ਿਵ ਕੁਮਾਰ ਬਟਾਲਵੀ ਕਹਿੰਦੇ ਤੁਰਦੀ ਫਿਰਦੀ ਲਾਸ਼ ਸੀ ਜਿਸ ਟਾਈਮ ਉਹ ਲਿਖਾਰੀ ਬਣ ਗਿਆ ਸੀ। ਸੋ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਕਿਸੇ ਆਪਣੇ ਜਜ਼ਬਾਤਾਂ ਨੂੰ ਕਾਪੀ ਤੇ ਉਤਾਰ ਦੇਣਾ, ਕਾਗਜ਼ ਦੀ ਹਿੱਕ ਤੇ ਉਤਾਰ ਦੇਣਾ, ਇਹ ਬਹੁਤ ਬਖੂਬੀ ਉਤਾਰਿਆ ਟਾਈਮ ਵੀਰੇ। ਬਹੁਤ ਵੱਡੀ ਆਪਣੇ ਦਰਦਾਂ ਨੂੰ, ਆਪਣੇ ਦਿਲ ਦੇ ਜੋ ਜਜ਼ਬਾਤ ਸੀ ਉਹਨਾਂ ਨੂੰ ਤੇ ਕਦਰ ਕਰਦਾ ਮੈਂ ਉਹਨਾਂ ਦੀ, ਬਹੁਤ ਖੂਬਸੂਰਤ। ਤੇ ਪਰਮਾਤਮਾ ਕਰੇ ਤੂੰ ਬਹੁਤ ਵਧੀਆ ਲਿਖਦਾ ਰਹੇ ਐਵੇਂ। ਤੇ ਚਲੋ ਅੰਕਲ ਜੀ ਵੀ ਠੀਕ ਹੈ, ਸਭ ਕੁਝ ਵਧੀਆ ਤੇ ਬਹੁਤ ਵਧੀਆ ਸੀ ਵੀਰੇ, ਬਹੁਤ ਵਧੀਆ ਜੀ। ਧੰਨਵਾਦ ਵੀਰੇ। ਕੋਈ ਦਿੱਕਤ, ਆਰਾਮ ਦੇ ਨਾਲ, ਕੋਈ ਗੱਲ। ਹਾਂਜੀ ਸੌਰੀ ਸਰ। ਉੱਠ ਸਵੇਰੇ ਸਭ ਤੋਂ ਪਹਿਲਾਂ ਉਹ ਫੇਸਬੁੱਕ ਮੈਸੇਂਜਰ ਓਪਨ ਕਰਦੀ ਹੈ। ਨਾ ਮੈਂ ਗੁੱਡ ਮਾਰਨਿੰਗ ਸੈਂਡ ਕਰਦਾ, ਨਾ ਉਹ ਕਰਦੀ ਏ। ਬਹੁਤ ਫਰਕ ਪੈ ਗਿਆ ਸਾਡੇ ਦੋਹਾਂ 'ਚ। ਹੁਣ ਉਹ ਨਖਰੇ ਜਿਹੇ ਕਰਦੀ ਸੀ, ਪਹਿਲਾਂ ਕਮਲੀ ਜਿਹੀ ਸੀ, ਹੁਣ ਸੰਭਲ ਪੱਬ ਧਰਦੀ ਸੀ। ਬੜਾ ਚਾਅ ਏ ਉਹਨੂੰ ਨਾ ਚਮਕਾਉਣ ਦਾ, ਬੜਾ ਚਾਅ ਏ ਉਹਨੂੰ ਨਾ ਚਮਕਾਉਣ ਦਾ, ਇਸ ਕਰਕੇ ਮੈਂ ਛੱਡ ਆਇਆ ਉਹਨੂੰ ਕਿ ਜਾ ਕੇ ਨਾ ਚਮਕਾ ਲੈ। ਸੁੱਖ ਜੋ ਦਿਲ ਵਿੱਚ ਹੈ ਤੇਰੇ ਉਹਨੂੰ ਪਾ ਲੈ। ਕਈ ਸਾਲ ਹੋ ਗਏ ਸਾਨੂੰ ਇੱਕ ਦੂਜੇ ਨਾਲ, ਕਿੰਜ ਸਮਾਂ ਬੀਤਿਆ ਪਤਾ ਨਾ ਲੱਗਿਆ। ਹੁਣ ਉਹ ਮਜਬੂਰੀ ਜਿਹੀ 'ਚ ਗੱਲ ਮੇਰੇ ਨਾਲ ਕਰਦੀ ਏ। ਮੈਂ ਤੇਰੇ ਤੋਂ ਟੈਰੀ ਦੂਰ ਹੋਣਾ ਸ਼ਾਇਦ ਮੂੰਹੋਂ ਕਹਿਣੋਂ ਡਰਦੀ ਏ। ਗੱਲ ਮੈਂ ਵੀ ਸਮਝ ਗਿਆ ਸੀ ਉਹਦੀ, ਕਿ ਹੁਣ ਉਹ ਇੰਜ ਕਿਉਂ ਕਰਦੀ ਏ। ਮੈਂ ਬੇਅਕਲ ਦੇਸੀ ਜਿਹਾ ਉਹਦੇ ਲਈ ਹੁਣ, ਹੁਣ ਉਹ ਵੀ ਰੁਤਬੇ ਵਾਲਿਆਂ ਤੇ ਮਰਦੀ ਏ। ਹੱਥ ਫੜ ਮੈਂ ਉਹਦਾ ਚੁੰਮਿਆ, ਗੱਲ ਨਾਲ ਲਾ ਆਖਿਆ, ਸੁੱਖ ਆਪਣਾ ਨਾ ਚਮਕਾ ਲੈ, ਮੈਨੂੰ ਛੱਡ ਪਿਆਰ ਉਹਨਾਂ ਨਾਲ ਪਾ ਲੈ। ਮੰਨਿਆ ਮੈਂ ਪਿਆਰ ਉਹਨੂੰ ਬਹੁਤ ਕਰਦਾ ਸੀ, ਪਰ ਉਸਨੂੰ ਖੋਣ ਤੋਂ ਵੀ ਬਹੁਤ ਡਰਦਾ ਸੀ। ਇਹ ਵੀ ਨਹੀਂ ਕਿ ਮੈਂ ਉਹਦੀ ਤਰੱਕੀ ਤੋਂ ਸੜਦਾ ਸੀ, ਉਹ ਲੋਕਾਂ ਨਾਲ ਹੱਸ ਗੱਲਾਂ ਕਰੇ, ਬਸ ਇਹ ਦਿਲ ਮੇਰਾ ਨਹੀਂ ਜਰਦਾ ਸੀ। ਛੱਡ ਟੈਰੀ, ਹੁਣ ਕੀ ਫਾਇਦਾ ਉਹਨੂੰ ਸਮਝਾਉਣ ਦਾ, ਉਸ ਤੇ ਆਪਣਾ ਹੱਕ ਜਮਾਉਣ ਦਾ, ਉਹਨੂੰ ਵੀ ਤਾਂ ਹੱਕ ਹੈ ਆਪਣੀ ਮੰਜ਼ਿਲ ਪਾਉਣ ਦਾ। ਫਿਰ ਅੱਗੇ ਜੋ ਗਰਲ ਹੈ ਉਹ ਉਸਨੂੰ ਕੀ ਕਹਿੰਦੀ ਹੈ, ਤੈਨੂੰ ਤਾਂ ਇਹ ਵਹਿਮ ਖਾ ਗਿਆ ਕਿ ਸੁੱਖ ਲੋਕਾਂ ਤੇ ਮਰਦੀ ਹੈ, ਉਹਨਾਂ ਨਾਲ ਗੱਲਾਂ ਕਰਦੀ ਹੈ। ਮੈਂ ਤੈਨੂੰ ਕਿੰਝ ਸਮਝਾਵਾਂ ਤੇਰੇ ਤੇ ਉਹ ਕਿੰਨਾ ਮਰਦੀ ਹੈ। ਇਹ ਤੈਨੂੰ ਵੀ ਪਤਾ ਹੈ, ਬਿਨਾਂ ਪਿਆਰ ਤੋਂ ਦੱਸ ਫਿਰ ਉਹ ਇੰਨਾ ਗੁੱਸਾ ਤੇਰਾ ਕਿਉਂ ਜਰਦੀ ਹੈ। ਇਹ ਤੈਨੂੰ ਵੀ ਪਤਾ ਹੈ, ਬਿਨਾਂ ਪਿਆਰ ਤੋਂ ਦੱਸ ਫਿਰ ਉਹ ਇੰਨਾ ਗੁੱਸਾ ਤੇਰਾ ਕਿਉਂ ਜਰਦੀ ਹੈ। ਥੈਂਕ ਯੂ ਸਰ। ਬਹੁਤ ਸੋਹਣਾ ਮੈਮ, ਤੁਸੀਂ ਤਾਂ ਬਿਲਕੁਲ ਆਪਣੇ ਦਿਲ ਦੇ ਅਲਫਾਜ਼ ਖੋਲ ਕੇ ਕਾਪੀਆਂ ਤੇ ਉਤਾਰਤੇ।